देश विदेश बैठे साडे सारे दर्शक जिस समय जुड़ चुके हैं डी पंजाबी दे नाल उन्हां दा निੱਘਾ स्वागत करते हैं। प्रोग्राम खास खबर एक नज़र दे विच मैं नवजोत कौर। ਵੱਖ-ਵੱਖ ਸਰੋਤਾਂ ਰਾਹੀਂ ਪਹੁੰਚੀਆਂ ਹੋਈਆਂ ਖਬਰਾਂ ਜਦੋਂ ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਨੇ ਸਾਡੇ ਸਾਹਮਣੇ ਆਉਂਦੀਆਂ ਨੇ ਤਾਂ ਕੋਸ਼ਿਸ਼ ਕਰਦੇ ਹਾਂ ਇਸ ਪ੍ਰੋਗਰਾਮ ਦੇ ਜ਼ਰੀਏ ਲਾਈਵ ਜੁੜ ਕੇ ਉਹਨਾਂ ਖਬਰਾਂ ਦੇ ਉੱਤੇ ਝਾਤ ਪਾਉਣ ਦੀ ਸਾਡੇ ਮਾਹਿਰ ਮਹਿਮਾਨ ਦੇ ਨਾਲ ਮਿਲ ਕੇ। ਸੋ ਬਿਨਾਂ ਦੇਰੀ ਕੀਤੇ ਅੱਜ ਦੇ ਲਾਈਵ ਪ੍ਰੋਗਰਾਮ ਦੇ ਵਿੱਚ ਅੱਜ ਦੀਆਂ ਖਾਸ ਸੁਰਖੀਆਂ ਤੇ ਝਾਤ ਪਾਉਂਦੇ ਹਾਂ ਔਰ ਤੁਹਾਨੂੰ ਮਿਲਵਾਉਂਦੇ ਹਾਂ ਅੱਜ ਦੇ ਮਾਹਿਰ ਮਹਿਮਾਨ ਦੇ ਨਾਲ ਜੋ ਕਿ ਉੱਘੇ ਪੱਤਰਕਾਰ ਰਕੇਸ਼ ਸ਼ਾਂਤੀ ਦੂਤ ਜੀ ने। रकेश जी स्टूडियो बहुत बहुत स्वागत करते हैं जी, शुक्रिया। सब तो पहली खबर वाल वधदे हां जिहड़ी कि केंद्री मंत्री मंडल के एक फैसले नूं लैके सामने आई है कि OBC श्रेणी नूं लैके एक फैसला लिया गया तो यह भी तकरीबन मन्निया जा रहा कि एक बिल जिहड़ा वो भी पास कर दिता गया। नवजोत इस तरह है कि OBCs नूं लैके जिहड़ी रिजर्वेशन की गल चलती हुंदी सी जी, ਉਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਕੇਂਦਰ ਦੀ ਸਰਕਾਰ ਨੇ ਇੱਕ OBC ਜਿਹੜਾ ਵਰਗ ਹੈ ਉਹਦੇ ਲਈ ਇੱਕ ਬਹੁਤ ਵਧੀਆ ਗੱਲ ਕੀਤੀ ਸੀ ਕਿ ਉਹਨਾਂ ਨੇ ਇੱਕ ਜਿਹੜਾ ਇਹਦਾ ਨੈਸ਼ਨਲ ਕਮਿਸ਼ਨ ਬਣਾ ਦਿੱਤਾ ਸੀ ਕਿ ਇਹਨਾਂ ਜਿਹੜੀ ਇਸ ਵਰਗ ਦੇ ਲੋਕ ਨੇ ਉਹਨਾਂ ਨੂੰ ਜਿਹੜਾ ਪੂਰੀਆਂ ਜਿਹੜੇ ਮੌਕੇ ਜਿਹੜੇ ਆ ਉਹ ਮਿਲ ਸਕਣ। ਸੋ ਇਹਦੇ ਵਿੱਚ ਜਦੋਂ ਉਹਨਾਂ ਨੇ ਉਸ ਕਮਿਸ਼ਨ ਦੀਆਂ ਜਿਹੜੀਆਂ ਪਾਵਰਸ ਜਿਹੜੀਆਂ ਤੈਅ ਕੀਤੀਆਂ ਸੀ ਤੇ ਉਹਦੇ ਵਿੱਚ ਫਿਰ ਜਦੋਂ ਇਹਦੀ ਸੂਚੀ ਬਣਾਈ ਜਾਣੀ ਸੀ ਕਿ ਕਿਹੜੀਆਂ ਕਾਸਟ ਕਿਹੜੀਆਂ ਜਾਤਾਂ ਨੇ ਜਿਹੜੀਆਂ OBC ਸੂਚੀ ਵਿੱਚ ਸ਼ਾਮਲ ਹੋਣਗੀਆਂ तो वो पावर्स ਜਿਹੜੀਆਂ ਸਿੱਧੀਆਂ ਉਸ ਕਮਿਸ਼ਨ ਕੋਲ ਚਲੀਆਂ ਜਾਂਦੀਆਂ ਸੀ। ਉਹਦੇ ਉੱਪਰ ਫਿਰ ਇੱਕ ਗੱਲ ਉੱਠ ਕੇ ਆਈ ਸੀ ਤੇ ਉਸ ਮਾਨਯੋਗ ਸੁਪਰੀਮ ਕੋਰਟ ਦੇ ਵਿੱਚੋਂ ਪੈਟੀਸ਼ਨ ਗਈ ਸੀ ਜਿਹਦੇ ਵਿੱਚ ਜਿਹੜਾ ਮਰਾਠਾ ਜਿਹੜਾ 50% ਜਿਹੜਾ ਰਿਜ਼ਰਵੇਸ਼ਨ ਮਹਾਰਾਸ਼ਟਰ ਦੀ ਗੱਲ ਸੀ ਉਹਨੂੰ ਨਿਰਸਤ ਕੀਤਾ ਸੀ ਕੋਰਟ ਨੇ ਉਸ ਵੇਲੇ ਕਿ ਐਸਾ ਨਹੀਂ ਹੋ ਸਕਦਾ ਜੀ। ਉਹਦੇ ਨਾਲ ਹੀ ਰਿਲੇਟਡ ਸੀ ਕਿ ਜਿਹੜੀ 338 ਕਰਕੇ ਇੱਕ ਧਾਰਾ ਹੈਗੀ ਹੈ ਜਿਹੜੀ OBC ਜਿਹੜੀਆਂ ਸੂਚੀ ਬਣਾਉਣ ਦੇ ਜਿਹੜੇ ਅਧਿਕਾਰ ਆ ਉਹ ਸਟੇਟਾਂ ਨੂੰ ਦਿੰਦੀ ਹੈ ਤਾਂ ਉਹ ਫਿਰ ਸੁਪਰੀਮ ਕੋਰਟ ਨੇ ਡਾਇਰੈਕਟ ਕੀਤਾ ਸੀ ਕਿ ਇਹਨੂੰ ਜਿਹੜੀ 348 ਦੀ ਕਰਕੇ ਜਿਹੜਾ ਕਮਿਸ਼ਨ ਦੇ ਦਾਇਰੇ 'ਚ ਲਿਆਂਦਾ ਗਿਆ ਉਹ ਕਨਸਟੀਟਿਊਸ਼ਨਲੀ ਨਹੀਂ ਲਿਆਂਦਾ ਜਾ ਸਕਦਾ। ਤਾਂ ਫਿਰ ਉਸ ਕੇਂਦਰ ਸਰਕਾਰ ਨੇ ਇਸ ਗੱਲ ਨੂੰ ਸਮਝਿਆ ਔਰ ਕੇਂਦਰ ਸਰਕਾਰ ਨੇ ਹੁਣ ਕੇਂਦਰੀ ਮੰਤਰੀ ਮੰਡਲ ਨੇ ਇਸ ਵਿਧੇਇਕ ਨੂੰ ਜਿਹੜਾ ਲਿਆਉਂਦਾ ਜਾਣਾ ਸੀ ਜੀ ਉਹਦੇ 'ਚ ਇਹ ਸੋਧ ਕਰ ਦਿੱਤੀ ਹੈ ਵੀ ਜਿਹੜੀ OBC ਸੂਚੀ ਹੈ ਉਹ ਬਣਾਉਣ ਦਾ ਜਿਹੜਾ ਅਧਿਕਾਰ ਆ ਉਹ ਰਾਜਾਂ ਨੂੰ ਹੋਏਗਾ। ਹੁਣ ਇਹ ਜਿਹੜਾ ਵਿਧੇਇਕ ਹੈ ਇਹ ਜਿਹੜਾ ਸ਼ਾਇਦ ਇਸੇ ਸੱਤਰ ਦੇ ਵਿੱਚ ਹੀ ਪਲੈਨਿੰਗ ਹੈ कि ये पार्लीमेंट च लिया जाएगा और इन्हू पास करवाया जाएगा जी। और अगली खबर भारत नाल जुड़ी हुई है मेक इन इंडिया दे नाल ते गल करते हैं सब तो वड्डे जंगी बेड़े विक्रांत दी जिहदी अजमाइश जिहड़ी है रकेश जी शुरू कर दी गई है। देखो साडे प्रधानमंत्री का एक बड़ा वड्डा सुपना सी कि मेक इन इंडिया जिहड़ी है होवे। मेक इन इंडिया च जिथे असी आप अपनियां चीज़ां बनाउण दी प्लैनिंग कीती सी उत्थे बहुत सारे जिहड़े बाहर दे मुल्कां नूं भी ये सी कि वो अपने इत्थे आके यूनिट लाउण और वो साडे मुल्क चों बन के जावे और ये भी गारंटी सी कि ਜਿਹੜਾ ਬਿਨਾਂ ਕਿਸੇ ਨੁਕਸ ਦੇ ਬਿਨਾਂ ਕਿਸੇ ਰੁਕਾਵਟ ਦੇ ਹਿੰਦੁਸਤਾਨ ਐਸੀਆਂ ਜਿਹੜੀਆਂ ਪ੍ਰੋਵੀਜ਼ਨਸ ਇੱਥੇ ਰੱਖੇਗਾ। ਸੋ ਉਹਦਾ ਵੀ ਓਵਰਆਲ ਇੱਕ ਬਹੁਤ ਵਧੀਆ ਇੰਪੈਕਟ ਜਿਹੜਾ ਆਇਆ ਔਰ ਬਹੁਤ ਸਾਰੇ ਮੁਲਕਾਂ ਨੇ ਆ ਕੇ ਇੱਥੇ ਮੇਕ ਇਨ ਇੰਡੀਆ ਦਾ ਜਿਹੜਾ ਉਹਨੂੰ ਅਪਣਾਇਆ ਹੈਗਾ ਜੀ। ਸੋ ਜਿਹੜੀ ਤੁਸੀਂ ਜਿਹੜਾ ਜ਼ਿਕਰ ਤੁਸੀਂ ਕਰ ਰਹੇ ਜੇ ਮੇਕ ਇਨ ਇੰਡੀਆ ਦੀ ਗੱਲ ਕਰਦੇ ਹਾਂ ਤਾਂ ਭਾਰਤੀ ਜਿਹੜੀ ਸਾਡੀ ਨੌ ਸੈਨਾ ਹੈਗੀ ਹੈ ਜਿਹੜੀ ਸਾਡੀ ਸਮੁੰਦਰੀ ਸੈਨਾ ਆਪਾਂ ਆਮ ਤੌਰ 'ਤੇ ਜਿਹਨੂੰ ਕਹਿੰਦੇ ਹਾਂ ਉਹਦੇ ਵਿੱਚ ਉਹਨਾਂ ਨੇ ਇੱਕ ਵਿਕਰਾਂਤ ਨਾਂ ਦਾ ਜਿਹੜਾ ਬਹੁਤ ਵੱਡਾ ਜਹਾਜ਼ ਹੈ ਜਿਹਦਾ ਵਜ਼ਨ 40,000 ਟਨ ਦੇ ਕਰੀਬ ਹੈ ਔਰ ਉਹਨੂੰ ਲੈ ਕੇ ਆਉਂਦਾ ਹੈ ਔਰ ਉਹਦੀ ਜਿਹੜੀ ਸਮੁੰਦਰ ਦੇ ਵਿੱਚ ਜਿਹੜੀ ਹੈ ਉਹਦਾ ਜਿਹੜਾ ਉਹਦੀ ਮਤਲਬ ਜਿਹਨੂੰ ਪ੍ਰੀਖਿਆ ਕਹਿੰਦੇ ਆ ਜਿਹੜੀ ਉਹਦਾ ਟੈਸਟ ਸ਼ੁਰੂ ਕਰ ਦਿੱਤਾ ਕੱਲ ਉਹਨੂੰ ਉਹਨਾਂ ਨੇ ਵਿਕਰਾਂਤ ਨੂੰ ਸਮੁੰਦਰ 'ਚ ਲਾ ਦਿੱਤਾ ਜੀ। ਔਰ ਇਹਦੀ ਖੂਬੀ ਇਹ ਹੈ ਕਿ ਇਹ ਭਾਰਤ ਦੇ ਵਿੱਚ ਹੀ ਬਣਿਆ ਔਰ ਭਾਰਤ ਹੁਣ ਕੁਝ ਦੇਸ਼ਾਂ ਉਹਨਾਂ 'ਚ ਸ਼ੁਮਾਰ ਹੈ ਗਿਣਤੀ ਦੇ ਦੇਸ਼ਾਂ 'ਚ ਸ਼ੁਮਾਰ ਹੋ ਗਿਆ ਜਿਹੜੇ ਇਸ ਵਿਮਾਨ ਵਾਹਕ ਜਿਹੜਾ ਜਹਾਜ਼ ਹੁੰਦਾ ਸਮੁੰਦਰੀ ਜਹਾਜ਼ ਹੁੰਦਾ ਉਹਨੂੰ ਆਪ ਬਣਾਉਂਦਾ ਹੈ। ਔਰ ਇਸ ਜਹਾਜ਼ ਦੀ ਖਾਸੀਅਤ ਇਹ ਹੈ ਕਿ ਇਹਦੇ ਉੱਤੇ ਲਗਭਗ 26,000 ਕਰੋੜ ਰੁਪਈਆ ਜਿਹੜਾ ਉਹ ਖਰਚਾ ਹੈ ਔਰ ਇਹ ਇੱਕ ਟਾਈਮ ਦੇ ਉੱਪਰ ਜਿਹੜਾ ਉਹ 40 ਜਹਾਜ਼ਾਂ ਨੂੰ ਵੱਡਿਆਂ ਨੂੰ ਲੈ ਕੇ ਔਰ ਕੁਝ ਹੈਲੀਕਾਪਟਰਸ ਨੂੰ ਲੈ ਕੇ ਇੱਕ ਤੋਂ ਥਾਂ ਦੂਜੀ ਜਾਂ ਸਮੁੰਦਰੀ ਜਗ੍ਹਾ ਇਹ ਸਟ੍ਰੈਟਜੀਕਲੀ ਜਿਹੜਾ ਸਮੁੰਦਰ ਦੀ ਲੜਾਈ ਹੈ ਉਹਦੇ ਵਿੱਚ ਜਿੱਥੇ ਸਾਨੂੰ ਇਹ ਮਤਲਬ ਬਹੁਤ ਫਾਇਦੇਮੰਦ ਹੈ ਔਰ ਜਿੱਥੇ ਅਸੀਂ ਜਹਾਜ਼ ਸਿੱਧੇ ਨਹੀਂ ਪਹੁੰਚਾ ਸਕਦੇ ਉਸ ਕਿਸਮ ਦੀ ਇਹ ਬਹੁਤ ਵੱਡੀ ਸਟ੍ਰੈਟਜੀਕਲੀ ਜਿਹੜੀ ਸਾਡੀ ਫੌਜ ਹੈ ਉਹ ਜਿਹੜੀ ਸਾਡੀ ਨੌ ਸੈਨਾ ਤੇ ਜਿਹੜੀ ਸਾਡੀ ਵਾਯੂ ਸੈਨਾ ਦੋਨੋਂ ਜਿਹੜੀਆਂ ਬੜੀਆਂ ਸਟਰੋਂਗ ਹੋਈਆਂ ਔਰ ਇਹਦੇ ਨਾਲ ਹੁਣ ਇਹਦਾ ਟੈਸਟ ਪੀਰੀਅਡ ਚੱਲ ਰਿਹਾ ਔਰ ਇਹ ਆਸ ਕੀਤੀ ਜਾ ਰਹੀ ਹੈ ਕਿ ਅਗਲੇ ਸਾਲ ਦੀ ਜਿਹੜੀ ਛਮਾਈ ਹੈ ਦੂਸਰੀ ਛਮਾਈ ਜਿਹੜੀ ਹੈਗੀ ਆ ਉਹਦੇ ਵਿੱਚ ਇਹਨੂੰ ਜਿਹੜਾ ਸਿੱਧੇ ਤੌਰ ਤੇ ਇਸ ਬੇੜੇ 'ਚ ਅਧਿਕਾਰਕ ਤੌਰ ਤੇ ਸ਼ਾਮਲ ਕਰ ਲਿੱਤਾ ਜਾਏਗਾ। ਸੋ ਭਾਰਤ ਲਈ ਬਹੁਤ ਮਾਣ ਦੀ ਗੱਲ ਹੈ ਭਾਰਤ ਦੀ ਸੁਰੱਖਿਆ ਨਾਲ ਜੁੜੀ ਚੀਜ਼ ਹੈ ਔਰ ਨਾਲ ਹੀ ਨਾਲ ਹੈ ਕਿ ਭਾਰਤ ਸੁਰੱਖਿਆ ਲਈ ਹਾਲੇ ਕਿ ਜਦੋਂ ਹੁਣ ਅਸੀਂ ਬਹੁਤ ਸਾਰੇ ਹੋਰ ਖੇਤਰਾਂ 'ਚ ਵੀ ਜਿਹੜੇ ਬਹੁਤ ਸਾਰੀਆਂ ਚੀਜ਼ਾਂ ਨੂੰ ਅਸੀਂ ਆਪ ਬਣਾਉਣ ਲੱਗ ਪਏ ਹਾਂ ਤਾਂ ਇਹ ਜਿਹੜਾ ਵਿਕਰਾਂਤ ਨਾਂ ਦਾ ਜਹਾਜ਼ ਇੱਕ ਹੋਰ ਮੈਂ ਗੱਲ ਦੱਸਣੀ ਚਾਹਾਂਗਾ ਦਰਸ਼ਕਾਂ ਨੂੰ ਕਿ ਇਹ 1971 'ਚ ਵਿਕਰਾਂਤ ਨਾਂ ਦਾ ਇੱਕ ਜਹਾਜ਼ ਜਿਹੜਾ ਉਹਨੇ ਉਦੋਂ ਵੀ ਬਣਾਇਆ ਸੀ ਉਹਦੀ ਬਹੁਤ ਵੈਲਿਊਬਲ ਉਹਦੇ 'ਚ ਭੂਮਿਕਾ ਰਹੀ ਸੀ। ਸੋ ਇਹਨੂੰ ਦੁਬਾਰਾ ਤੋਂ ਇੱਕ ਨਵੇਂ ਸਿਰਿਓਂ ਆਪਣਾ ਬਣਾ ਕੇ ਵਿਕਰਾਂਤ ਨੂੰ ਲਿਆਂਦਾ ਗਿਆ ਔਰ ਆਸ ਕੀਤੀ ਜਾਣੀ ਹੈ ਕਿ ਜਿਹੜੀ ਭਾਰਤੀ ਫੌਜ ਆ
ਇਹਦਾ ਸੁਰੱਖਿਆ ਦੀ ਦ੍ਰਿਸ਼ਟੀ ਨਾਲ ਜਿਹੜਾ ਬਹੁਤ ਫਾਇਦਾ ਚੁੱਕੇਗੀ। ਜੀ, ਅਗਲੀ ਖਬਰ ਦੀ ਚਰਚਾ ਕਰਾਂਗੇ ਜਿਹੜੀ ਜੁੜੀ ਹੋਈ ਹੈ ਕਰੋਨਾ ਮਹਾਮਾਰੀ ਦੇ ਨਾਲ। ਸੋ ਕਰੋਨਾ ਮਹਾਮਾਰੀ ਦੇ ਕੁਝ ਕੁ ਦਿਨ ਕੇਸ ਠੱਲਣ ਤੋਂ ਬਾਅਦ ਫਿਰ ਵਧੇ ਨੇ ਤੇ ਅੰਕੜਾ ਤਕਰੀਬਨ ਕਿ ਜੀ 45,000 ਤੋਂ ਹੁਣ ਪਾਰ ਹੋ ਚੁੱਕਾ ਹੈ। ਦੇਖੋ ਨਵਜੋਤ, ਕਰੋਨਾ ਦੀ ਜਦੋਂ ਆਪਾਂ ਕੋਵਿਡ ਦੀ ਗੱਲ ਕਰਦੇ ਹਾਂ, ਕੌਮਾਂਤਰੀ ਸੰਕਟ ਆ, ਹਲੇ ਵੀ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਹਲੇ ਗਿਆ ਨਹੀਂ ਹੈਗਾ ਔਰ ਸਾਡੇ ਪ੍ਰਧਾਨ ਮੰਤਰੀ ਵੀ ਵਾਰ-ਵਾਰ ਕਹਿ ਰਹੇ ਕਿ ਹਲੇ ਗਿਆ ਨਹੀਂ ਹੈਗਾ। ਜਿੱਦਾਂ ਤੁਸੀਂ ਉਹਨੇ ਜ਼ਿਕਰ ਕੀਤਾ ਕਿ ਕੱਲ ਜਿਹੜਾ ਇਹ ਅੰਕੜਾ 40,000 ਪਹੁੰਚ ਗਿਆ, ਕਿਉਂਕਿ ਕੇਰਲ ਦੇ ਵਿੱਚ ਹੀ 20,000 ਕੇਸ ਜਿਹੜੇ ਆਏ ਆ। ਕੇਰਲ 'ਚ ਬਹੁਤ ਤੇਜ਼ੀ ਨਾਲ ਵੱਧ ਰਿਹਾ ਔਰ ਇਹਦੇ ਉੱਪਰ ਜਿਹੜੀ ਇੱਕ ਵਿਸ਼ੇਸ਼ਗਿਆਂ ਦੀ ਜਿਹੜੀ ਸਪੈਸ਼ਲਿਸਟਾਂ ਦੀ ਇੱਕ ਰਿਪੋਰਟ ਆਈ ਹੈ, ਉਹਦੇ ਵਿੱਚ ਇੱਕ ਵੱਡੀ ਚੀਜ਼ ਆਈ ਹੈ ਕਿ ਜਿਹੜਾ ਰੀਪਰੋਡਕਟਿਵਿਟੀ ਰੇਟ ਹੈ ਉਹ ਵੀ ਹਲੇ ਥੱਲੇ ਨਹੀਂ ਜਾ ਰਿਹਾ। ਉਹਦਾ ਮਤਲਬ ਇਹ ਹੁੰਦਾ, ਰੀਪਰੋਡਕਟਿਵ ਰੇਟ ਦਾ ਮਤਲਬ ਇਹ ਹੁੰਦਾ ਕਿ ਇੱਕ ਸੰਕਰਮਿਤ ਵਿਅਕਤੀ ਤੋਂ ਜਿਹੜਾ ਇੱਕ ਇਨਫੈਕਟਡ ਵਿਅਕਤੀ ਹੈਗਾ ਉਹਦੇ ਤੋਂ ਕਿੰਨੇ ਵਿਅਕਤੀਆਂ ਨੂੰ ਆਇਆ, ਤਾਂ ਉਹ ਜਦੋਂ ਤੱਕ ਇੱਕ ਤੋਂ ਥੱਲੇ ਨਹੀਂ ਜਾਂਦਾ ਉਦੋਂ ਤੱਕ ਉਹਨੂੰ ਸੇਫ ਨਹੀਂ ਮੰਨਿਆ ਜਾਂਦਾ। ਸਾਡੇ ਲਈ ਵੱਡੀ ਚਿੰਤਾ ਦੀ, ਜਿਹੜਾ ਪੰਜਾਬ ਸੂਬੇ ਦੇ ਲਈ ਚਿੰਤਾ ਦੀ ਇਹ ਗੱਲ ਹੈ ਕਿ ਸਾਡੇ ਜਿਹੜੇ ਗੁਆਂਢੀ ਸਾਡੇ ਸੂਬੇ ਨੇ, ਹਿਮਾਚਲ ਪ੍ਰਦੇਸ਼ ਹੈ ਤੇ ਜੰਮੂ ਕਸ਼ਮੀਰ ਹੈ, ਉਹ ਰੀਪਰੋਡਕਟਿਵਿਟੀ ਰੇਟ 1.4 ਦੇ ਨਾਲ ਇਸ ਵੇਲੇ ਨੇ ਔਰ ਉਹ ਜਿਹੜਾ ਬਹੁਤ ਵੱਡਾ ਹੈ। ਪਰ ਇਹ ਸਿੱਧੇ ਤੌਰ ਤੇ ਕਿਹਾ ਜਾ ਸਕਦਾ ਕਿ ਹਿਮਾਚਲ ਔਰ ਉਹਦੇ ਜਿਹੜਾ ਜੰਮੂ ਕਸ਼ਮੀਰ ਦੇ ਵਿੱਚ ਇਹ ਖਤਰਨਾਕ ਸਥਿਤੀ ਨਾਲ ਵੱਧ ਸਕਦਾ ਹੈ, ਐਸੀਆਂ ਸੰਭਾਵਨਾਵਾਂ ਹੈ। ਸੋ ਇਹਦੇ ਵਿੱਚ ਇੱਕੋ ਹੀ ਗੱਲ ਆਪਾਂ ਬਾਰ-ਬਾਰ ਕਹਿੰਦੇ, ਕਿਉਂਕਿ ਅਸੀਂ ਜਦੋਂ ਇੱਕ ਗੱਲ ਅਸੀਂ ਕਰਦੇ ਹਾਂ ਕਿ ਸਮਾਜ ਜਿਹੜਾ ਅਸੀਂ ਤੋਰਨਾ ਅੱਗੇ, ਅਸੀਂ ਆਪਣੀ ਆਰਥਿਕ ਸਥਿਤੀ ਨੂੰ ਦੇਖਦੇ ਹੋਏ ਬਾਜ਼ਾਰ ਖੋਲ੍ਹੇ, ਵਪਾਰ ਖੋਲ੍ਹੇ, ਫੈਕਟਰੀਜ਼ ਖੋਲ੍ਹੀਆਂ, ਇੱਦਾਂ ਹੀ ਸਕੂਲ ਵੀ ਖੋਲ੍ਹ ਦਿੱਤੇ ਆ। ਔਰ ਇਹ ਚਿੰਤਾ ਦੀ ਵਜ੍ਹਾ ਇਸ ਕਰਕੇ ਹੈ ਕਿ ਇਹਦੇ ਵਿੱਚ ਜਿਹੜੀ ਅੰਡਰਟੇਕਿੰਗ ਹੈ, ਜਿਹੜੀ ਪੇਰੈਂਟਸ ਜਿਹੜੇ ਆ ਉਹ ਅੰਡਰਟੇਕਿੰਗ ਲੈ ਕੇ ਕਿ ਅਸੀਂ ਜ਼ਿੰਮੇਵਾਰ ਹਾਂ, ਇਸ ਤਰ੍ਹਾਂ ਬੱਚਿਆਂ ਨੂੰ ਭੇਜ ਰਹੇ ਆ। ਸੋ ਮੈਨੂੰ ਲੱਗਦਾ ਕਿ ਇਹਦੇ ਵਿੱਚ ਬਹੁਤ ਵੱਡੀ ਸਰਕਾਰ ਤਾਂ ਹਮੇਸ਼ਾ ਜਿਹੜੀ ਹੈ ਅਲਰਟਸ ਦਿੰਦੀ ਹੈ, ਸੁਵਿਧਾਵਾਂ ਦਿੰਦੀ ਹੈ। ਜਿੱਦਾਂ ਵੈਕਸੀਨੇਸ਼ਨ ਦੀ ਗੱਲ ਕਰਦੇ ਹਾਂ, ਲੇਕਿਨ ਵੈਕਸੀਨੇਸ਼ਨ ਬਹੁਤ ਵੱਡੇ ਪੈਮਾਨੇ ਤੇ ਹਲੇ ਹਿੰਦੁਸਤਾਨ 'ਚ ਲੋੜ ਹੈ, ਸਰਕਾਰ ਲਗਾਤਾਰ ਜੂਝ ਰਹੀ ਹੈ ਇਹਦੇ ਨਾਲ ਕਿ ਜਲਦੀ ਤੋਂ ਜਲਦੀ ਲੋਕਾਂ ਨੂੰ ਵੈਕਸੀਨੇਟ ਕੀਤਾ ਜਾ ਸਕੇ। ਸੋ ਇਹ ਹੈ ਕਿ ਸਮਾਜ ਨੂੰ ਵੀ ਫਿਰ ਤੋਂ ਇਹਦੇ ਖੜੇ ਹੋਣਾ ਚਾਹੀਦਾ, ਕਿਉਂਕਿ ਸਾਨੂੰ ਹਲੇ ਇਹ ਨਹੀਂ ਭੁੱਲਣਾ ਚਾਹੀਦਾ ਕਿ ਜਿਹੜਾ ਕਰੋਨਾ ਕੋਵਿਡ ਹੈ ਉਹ ਵਾਪਸ ਚਲੇ ਗਿਆ। ਜਿਸ ਕਿਸਮ ਦੇ ਅੰਕੜੇ ਆ ਰਹੇ ਆ, ਜਿਸ ਕਿਸਮ ਦੇ ਰੀਪਰੋਡਕਟਿਵਿਟੀ ਰੇਟ ਦੀ ਗੱਲ ਸਪੈਸ਼ਲਿਸਟ ਲੋਕ ਕਰ ਰਹੇ, ਵਿਗਿਆਨਕ ਗੱਲ ਕਰ ਰਹੇ ਆ, ਉਹਨੂੰ ਦੇਖਦੇ ਹੋਏ ਸਾਨੂੰ ਲੱਗਦਾ ਵੀ ਹਲੇ ਜਿਹੜੀਆਂ ਪ੍ਰੀਕਾਸ਼ਨਸ ਨੇ ਉਹ ਜ਼ਰੂਰ ਲਈਆਂ ਜਾਣੀਆਂ ਚਾਹੀਦੀਆਂ। ਤਾਂ ਸਰਕਾਰ ਇਸ ਪਾਸੇ ਲੱਗੀ ਹੈ ਕਿ ਵੱਧ ਤੋਂ ਵੱਧ, ਜਿਸ ਤਰ੍ਹਾਂ ਹੁਣੇ ਇੱਕ ਤੁਹਾਡੀ ਜੌਨਸਨ ਐਂਡ ਜੌਨਸਨ ਨੇ ਕਿਹਾ ਕਿ ਅਸੀਂ ਜਿਹੜੀ ਇੱਕ ਨਵੀਂ ਵੈਕਸੀਨੇਸ਼ਨ ਲਈ ਉਹਨਾਂ ਨੇ ਅਪਲਾਈ ਕੀਤਾ ਸੀ ਕਿ ਸਾਨੂੰ ਇੰਡੀਆ 'ਚ ਇਹਨੂੰ ਯੂਜ਼ ਕਰਨ ਦੀ ਕੀਤਾ ਜਾਵੇ, ਤਾਂ ਸਾਡੇ ਜਿਹੜਾ ਸਾਡਾ ਸੰਬੰਧਿਤ ਡਿਪਾਰਟਮੈਂਟ ਆ ਉਹਨੇ ਕਿਹਾ ਵੀ ਤੁਹਾਡਾ ਅਮਰੀਕਾ 'ਚ ਮਨਜ਼ੂਰ ਹੈ, ਇਸ ਕਰਕੇ ਸਾਡੇ ਇੱਥੇ ਤੁਹਾਨੂੰ ਇਹਦੀ ਟੈਸਟ ਦੀ ਮਨਜ਼ੂਰੀ ਲੈਣ ਦੀ ਜ਼ਰੂਰਤ ਨਹੀਂ। ਸੋ ਇਸ ਤਰ੍ਹਾਂ ਵੈਕਸੀਨੇਸ਼ਨਸ ਬਾਹਰੋਂ ਵੀ ਆ ਰਹੀਆਂ ਨੇ, ਸਾਡੇ ਮੁਲਕ ਨੇ ਵੀ 2-3-4 ਵੈਕਸੀਨਸ ਬਣਾਈਆਂ ਨੇ। ਸੋ ਆਸ ਕੀਤੀ ਜਾਣੀ ਚਾਹੀਦੀ ਹੈ ਕਿ ਆਉਣ ਵਾਲੇ ਸਮੇਂ 'ਚ ਜਿੱਥੇ ਵੈਕਸੀਨ ਆਏਗੀ ਲੋਕਾਂ ਦੀ ਲਗਵਾਉਣ ਦਾ ਉਤਸ਼ਾਹ ਵਧਿਆ, ਇਹ ਦੇਖਣ 'ਚ ਆ ਰਿਹਾ। ਪਰ ਫਿਰ ਵੀ ਜਿਹਦਾ ਇਹਦੇ ਨਾਲ ਜਿਹੜਾ ਸਮਾਜ ਨੂੰ ਜਿਹੜਾ ਜਾਗਰਤ ਰਹਿਣਾ, ਜਿਹੜੀਆਂ ਪ੍ਰੀਕਾਸ਼ਨਸ ਨੇ, ਜਿਹੜੇ ਸਾਡੇ ਨਿਯਮ ਨੇ, ਉਹ ਸਾਨੂੰ ਅਪਣਾਉਣੇ ਪੈਣਗੇ, ਤਾਂ ਹੀ ਅਸੀਂ ਇਸ ਚੀਜ਼ ਤੋਂ ਬਚ ਸਕਾਂਗੇ। ਜੀ, ਅਗਲੀ ਖਬਰ ਸਾਨੂੰ ਜੋੜਦੀ ਹੈ ਟੋਕੀਓ 올림픽ਸ ਦੇ ਨਾਲ। ਜਦੋਂ ਟੋਕੀਓ 올림픽ਸ ਦੀ ਗੱਲ ਕਰਦੇ ਹਾਂ, ਵੱਖ-ਵੱਖ ਖੇਡਾਂ ਰੱਖਿਆ ਜੀ। ਹਾਕੀ ਦੀ ਗੱਲ ਕਰੀਏ, ਅਸੀਂ ਮੁੱਕੇਬਾਜ਼ੀ ਦੀ ਗੱਲ ਕਰ ਲਈਏ, ਰੈਸਲਿੰਗ ਦੀ ਗੱਲ ਕਰ ਲਈਏ ਜਾਂ ਬਾਕੀ ਹੋਰ ਖੇਡਾਂ ਦੀ ਗੱਲ, ਕਿਸ ਤਰ੍ਹਾਂ ਪ੍ਰਦਰਸ਼ਨ ਚੱਲ ਰਿਹਾ ਸਾਡੇ ਖਿਡਾਰੀਆਂ ਦਾ? ਉਹਦੇ ਵਿੱਚ ਮੈਂ ਇਹ ਕਹਿਣਾ ਚਾਹੂੰਗਾ ਕਿ ਦੇਖੋ, 올림픽ਸ ਜਿਹੜੀਆਂ ਗੇਮਸ ਨੇ, ਇਹਨਾਂ ਨੇ ਪੂਰੀ ਦੁਨੀਆ ਨੂੰ ਜੋੜ ਕੇ ਰੱਖਿਆ ਹੋਇਆ ਔਰ ਜਿਹੜੀਆਂ 올림픽ਸ ਗੇਮਸ ਖਾਸ ਤੌਰ ਤੇ ਜਦੋਂ ਖੇਡ ਭਾਵਨਾ ਨਾਲ ਖੇਡੀਆਂ ਜਾਣ, ਉਹ ਸਭ ਤੋਂ ਵੱਡੇ ਮੈਡਲਸ ਤੇ ਉਹੀ ਹੁੰਦੇ ਆ। ਤਾਂ ਇਹ ਟੋਕੀਓ 올림픽ਸ ਦੇ ਵਿੱਚ ਬੜੀ ਅੱਛੀ ਗੱਲ ਹੈ ਵੀ ਹਲੇ ਤੱਕ ਕਿਸੇ ਕਿਸਮ ਦਾ ਐਸਾ ਜਿਹੜਾ ਵਿਵਾਦ ਨਹੀਂ ਦਿਖਿਆ ਜਿਹਦੇ ਵਿੱਚ ਇਹ ਕਹਿ ਸਕੀਏ ਕਿ ਖੇਡ ਭਾਵਨਾ ਦੀ ਜਿਹੜੀ ਹੈ ਉਹ ਨਹੀਂ ਸਾਹਮਣੇ ਆਈ। ਔਰ ਭਾਰਤ ਦੇ ਜਿਹੜੇ ਜਿੰਨੇ ਸਾਡੇ ਖਿਡਾਰੀ ਨੇ ਉਹ ਬਹੁਤ ਸੋਹਣੀ ਖੇਡ ਭਾਵਨਾ ਦੇ ਨਾਲ ਖੇਡ ਰਹੇ ਆ ਔਰ ਆਪਣੇ ਜ਼ੋਰ ਜਜ਼ਬੇ ਨਾਲ ਖੇਡ ਰਹੇ। ਖੇਡ 'ਚ ਹਾਰ ਜਿੱਤ ਵਾਲੇ ਇਹਨਾਂ ਮੈਟਰ ਨਹੀਂ ਕਰਦੀ, ਪਰ ਫਿਰ ਵੀ ਐਤਕੀ ਜਿਹੜਾ ਭਾਰਤ ਦੇ ਸਾਡੇ ਜਿਹੜੇ ਖਿਡਾਰੀ ਨੇ ਉਹਨਾਂ ਨੇ ਚੰਗੀਆਂ ਨਵੀਆਂ ਪੁਲੰਘਾਂ ਵੀ ਪੁੱਟੀਆਂ। ਪਹਿਲਾਂ ਸ਼ੁਰੂ 'ਚ ਮੀਰਾ ਬਾਈ ਜਿਹੜੀ ਹੈਗੀ ਉਹ ਸਾਡੀ ਲੈ ਕੇ ਆਈ ਹੈ, ਮੈਡਲ ਲੈ ਕੇ ਆਈ ਹੈ। ਹੁਣ ਸਾਡੇ ਉਹ ਜਿਹੜੀ ਸਾਡੀ ਬੈਡਮਿੰਟਨ ਦੀ ਲੜਕੀ ਵੀ ਲੈ ਕੇ ਆਈ ਹੈ। ਹੁਣ ਰੀਸੈਂਟਲੀ ਲਵਲੀਨ ਨੇ ਕੱਲ ਬਾਕਸਿੰਗ ਦੇ ਵਿੱਚ ਜਿਹੜਾ ਉਹ ਬ੍ਰੌਂਜ਼ ਮੈਡਲ ਜਿਹੜਾ ਉਹ ਕਾਂਸੇ ਦਾ ਪਦਕ ਜਿੱਤਿਆ। ਇਸੇ ਤਰ੍ਹਾਂ ਰਵੀ ਦਇਆ ਕੱਲ ਗੋਲਡ ਲਈ ਤਿਆਰੀ ਕਰ ਰਿਹਾ। ਇੱਕ ਲੜਕਾ ਮਿਸਟਰ ਚੋਪੜਾ ਨੇ ਉਹ ਤਿਆਰੀ ਕਰ ਰਹੇ ਨੇ। ਸੋ ਭਾਰਤ ਓਵਰਆਲ ਜੇ ਅਸੀਂ ਗੱਲ ਕਰੀਏ ਕਿ ਭਾਰਤ ਬਿਹਤਰੀ ਵੱਲ ਜਾ ਰਿਹਾ, ਪਰ ਸਾਨੂੰ ਇਹ ਆਸ ਸਾਡੀ ਹਲੇ ਨਹੀਂ ਪੂਰੀ ਹੋ ਰਹੀ ਕਿ ਅਸੀਂ ਮੈਡਲ ਟੈਲੀ 'ਚ ਉਦੋਂ ਸ਼ਾਮਲ ਹੋਵਾਂਗੇ ਜਦੋਂ ਸਾਨੂੰ ਪਹਿਲਾ ਗੋਲਡ ਮਿਲੇਗਾ। ਤੇ ਸਾਨੂੰ ਆਸ ਕੀਤੀ ਜਾਣੀ ਚਾਹੀਦੀ ਹੈ ਕਿ ਕੁਸ਼ਤੀ ਦੇ ਵਿੱਚ ਜਿਹੜੇ ਸਾਡੇ ਰਵੀ ਦਇਆ ਗਏ ਆ, ਹੁਣ ਇਹਨਾਂ ਨੇ ਗੋਲਡ ਲਈ ਲੜਨਾ ਹੈ, ਤੇ ਸਾਨੂੰ ਇਹ ਪਹਿਲਾ ਗੋਲਡ ਅੱਜ ਸ਼ਾਇਦ ਮਿਲ ਜਾਏਗਾ ਔਰ ਅਸੀਂ ਮੈਡਲ ਟੈਲੀ ਸ਼ਾਮਲ ਹੋ ਜਾਵਾਂਗੇ। ਤਾਂ ਅਸੀਂ ਸ਼ੁਭਕਾਮਨਾਵਾਂ ਦੇਵਾਂਗੇ। ਔਰ ਮੈਂ ਫਿਰ ਕਹਾਂਗਾ ਕਿ ਖੇਡ ਭਾਵਨਾ ਦੇ ਨਾਲ ਖੇਡੀ ਜਾਣੀ ਜ਼ਰੂਰੀ ਹੈ, ਕਿਉਂਕਿ ਟੋਕੀਓ ਦੀ ਜਦੋਂ 올림픽ਸ ਸ਼ੁਰੂ ਹੋਈਆਂ ਸੀ, ਕੋਵਿਡ ਦਾ ਬੜਾ ਇਹਦੇ ਤੇ ਸਾਇਆ ਸੀ ਕਿ ਵੀ ਸ਼ਾਇਦ ਕਿਤੇ ਵਿੱਚੇ ਨਾ ਛੱਡਣੀਆਂ ਪੈ ਜਾਣ, ਪਰ ਇਹ ਸੁੱਖ ਸਾਂਦੀ ਤੁਰਿਆ ਜਾ ਰਿਹਾ, ਬਹੁਤ ਵਧੀਆ। ਤਾਂ ਭਾਰਤੀ ਖਿਡਾਰੀਆਂ ਨੂੰ ਸ਼ੁਭਕਾਮਨਾਵਾਂ ਨੇ। ਆਸ ਕਰਦੇ ਹਾਂ ਕਿ ਅੱਜ ਅਸੀਂ ਮੈਡਲ ਟੈਲੀ 'ਚ ਜਿਹੜਾ ਸ਼ਾਮਲ ਹੋ ਜਾਵਾਂਗੇ। ਜੀ, ਅਗਲੀ ਖਬਰ ਜੁੜੀ ਹੋਈ ਹੈ ਨਾਜਾਇਜ਼ ਉਸਾਰੀਆਂ ਦੇ ਨਾਲ। ਜਦੋਂ ਵੀ ਅਸੀਂ ਗੱਲ ਕਰਦੇ ਹਾਂ, ਖਬਰਾਂ ਵਾਰੀ-ਵਾਰੀ ਜਿਹੜੀਆਂ ਅਖਬਾਰਾਂ ਦਾ ਹਿੱਸਾ ਬਣਦੀਆਂ ਨੇ, ਤੇ ਫਿਰ ਇੱਕ ਖਬਰ ਸਾਹਮਣੇ ਆਈ ਹੈ ਜਲੰਧਰ ਜ਼ਿਲ੍ਹੇ ਦੇ ਵੈਸਟ ਇਲਾਕੇ ਦੀ ਗੱਲ ਕਰਦੇ ਹਾਂ, ਜਿੱਥੇ ਨਾਜਾਇਜ਼ ਕਲੋਨੀਆਂ ਤੇ ਡਿੱਚ ਚੱਲੀ ਹੈ ਨਗਰ ਨਿਗਮ ਦੀ। ਦੇਖੋ, ਇਹ ਇੱਕ ਅੱਛੀ ਸ਼ੁਰੂਆਤ ਕਹੀ ਜਾ ਸਕਦੀ ਹੈ ਕਿ ਅਗਰ ਠੀਕ ਮਾਇਨਿਆਂ ਦੇ ਵਿੱਚ ਐਸਾ ਹੋਇਆ। ਦੇਖੋ, ਜਿਹੜੀ ਨਜਾਇਜ਼ ਉਸਾਰੀਆਂ ਨੇ ਬੜੀ ਵੱਡੀ ਪ੍ਰੋਬਲਮ ਬਣ ਕੇ ਉੱਭਰ ਰਹੀਆਂ ਨੇ।
ਗੱਲ ਇਹ ਹੁੰਦੀ ਹੈ ਕਿ ਜਦੋਂ ਅਨਪਲੈਨਡ ਸਿਟੀਜ਼ ਬਣਦੀਆਂ ਨੇ ਉਸ ਵੇਲੇ ਜਿਹੜਾ ਉਹ ਸਾਡੇ ਸੀਵਰੇਜ ਦੀ ਸਮੱਸਿਆ ਖੜੀ ਹੁੰਦੀ ਹੈ, ਸਾਡੇ ਸੜਕਾਂ ਦੀ ਸਮੱਸਿਆ ਖੜੀ ਹੁੰਦੀ ਹੈ। ਇਸ ਕਿਸਮ ਦੀਆਂ ਬਹੁਤ ਸਾਰੀਆਂ ਜਿਹੜੀਆਂ ਅਨਪਲੈਨਡ ਕਲੋਨੀਆਂ ਬਣਦੀਆਂ ਨੇ, ਅਨਅਪਰੂਵਡ ਕਲੋਨੀਆਂ ਬਣਦੀਆਂ ਨੇ। ਹਾਲੇ ਕਿ ਇਹਦੇ ਵਿੱਚ ਜਿਹੜੀਆਂ ਸਰਕਾਰਾਂ ਨੇ ਲਗਾਤਾਰ ਬੜੇ ਸਖਤ ਕਾਨੂੰਨ ਬਣਾਏ ਨੇ। ਰੇਰਾ ਐਕਟ ਆਇਆ, ਲੋਕਾਂ ਨੂੰ ਕਿਹਾ ਜਾਂਦਾ ਹੈ ਕਿ ਜਿੰਨੀ ਦੇਰ ਕੋਈ ਰੇਰਾ 'ਚ ਅਪਰੂਵਡ ਨਹੀਂ ਹੈਗਾ, ਰੇਰਾ ਦੇ ਮੁਤਾਬਕ ਉਹਨੇ ਜਿਹੜੀਆਂ ਡਾਇਮੈਂਸ਼ਨਸ ਨਹੀਂ ਰੱਖੀਆਂ, ਅਪਰੂਵ ਨਹੀਂ ਕਰਾਇਆ, ਉਹ ਚੀਜ਼ਾਂ ਨਾ ਖਰੀਦੀਆਂ ਜਾਣ। ਪਰ ਦੂਸਰੇ ਪਾਸੇ ਇਹ ਹੈ ਕਿ ਜਿਸ ਤਰ੍ਹਾਂ ਸਾਡੀ ਜਿਸ ਕਿਸਮ ਨਾਲ ਸਾਡੀ ਜਨਸੰਖਿਆ, ਜਿਹੜੀ ਸਾਡੀ ਪਾਪੂਲੇਸ਼ਨ ਹੈ ਸਾਡੀ ਕੰਟਰੀ ਦੀ, ਉਹਦੇ ਵਿੱਚ ਘਰਾਂ ਦੀ ਬਹੁਤ ਲੋੜ ਹੈ ਔਰ ਸਰਕਾਰ ਓਡੇ ਵੱਡੇ ਪੈਮਾਨੇ ਦੇ ਉੱਤੇ ਚਾਹੁੰਦੇ ਹੋਏ ਵੀ ਨਹੀਂ ਬਣਾ ਸਕਦੀ। ਲੇਕਿਨ ਸਰਕਾਰਾਂ ਦਾ ਇਹ ਕੰਮ ਵੀ ਨਹੀਂ ਹੁੰਦਾ। ਆਮ ਤੌਰ ਤੇ ਸਰਕਾਰ ਜਿਹੜੀ ਹੈ ਉਹ ਪ੍ਰਾਈਵੇਟ ਸੈਕਟਰ ਦੇ ਸਹਿਯੋਗ ਨਾਲ ਹੀ ਹੁੰਦਾ। ਸੋ ਮੈਨੂੰ ਲੱਗਦਾ ਵੀ ਇਹ ਜਿਹੜੀ ਬਾਰ-ਬਾਰ ਬਣਦੀ ਹੈ, ਉਹਦਾ ਮਤਲਬ ਇਹ ਹੁੰਦਾ ਕਿ ਇਹ ਆਮ ਲੋਕਾਂ ਦੀ ਰੀਚ ਦੇ ਵਿੱਚ ਹੁੰਦੀਆਂ, ਇਸ ਕਰਕੇ ਲੋਕ ਇਹਨਾਂ ਕਲੋਨੀਆਂ 'ਚ ਫਟਾਫਟ ਜਗ੍ਹਾ ਖਰੀਦ ਵੀ ਲੈਂਦੇ ਆ। ਸੋ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹੂੰਗਾ ਕਿ ਲੋਕਾਂ ਨੂੰ ਅਲਰਟ ਹੋਣਾ ਚਾਹੀਦਾ ਕਿ ਜਿਸ ਕਿਸਮ ਨਾਲ ਕਾਨੂੰਨ ਸਖਤ ਹੋ ਰਿਹਾ, ਜਿਸ ਕਿਸਮ ਨਾਲ ਇਹ ਡਿੱਚਾਂ ਚੱਲ ਰਹੀਆਂ ਨੇ, ਖਤਮ ਕੀਤਾ ਜਾ ਰਿਹਾ, ਉਹਦੇ 'ਚ ਲੋਕਾਂ ਦਾ ਵੱਡਾ ਨੁਕਸਾਨ ਹੋਏਗਾ ਕਿਉਂਕਿ ਸਰਕਾਰ ਦੀ ਉਹ ਮਾਨਤਾ ਪ੍ਰਾਪਤ ਨਹੀਂ ਹੈਗੀ। ਸੋ ਲੋਕਾਂ ਨੂੰ ਇਹ ਜਿਹੜੀ ਖਰੀਦਣ ਲੱਗਿਆ ਦੇਖਣਾ ਚਾਹੀਦਾ ਕਿ ਇਹ ਅਪਰੂਵਡ ਹੈ ਜਾਂ ਨਹੀਂ ਹੈ। ਪਰ ਦੂਜੇ ਪਾਸੇ ਮੈਂ ਇਹ ਵੀ ਕਹਿਣਾ ਚਾਹੂੰਗਾ ਵੀ ਸਰਕਾਰਾਂ ਨੂੰ ਵੀ ਜਿਹੜੇ ਨਿਯਮ ਨੇ ਉਹ ਕੁਝ ਜ਼ਰੂਰ ਦੇਣੀ ਚਾਹੀਦੀ ਹੈ, ਕਿਉਂਕਿ ਜਿਹੜੀ ਲੋੜ ਹੈ ਉਹ ਪ੍ਰਾਈਵੇਟ ਸੈਕਟਰ ਨੇ ਪੂਰੀ ਕਰ ਸਕਣੀ ਹੈ। ਸੋ ਇਸ ਕਰਕੇ ਅਗਰ ਨਿਯਮਾਂ ਦੇ ਵਿੱਚ ਥੋੜੀ ਛੂਟ ਦੇ ਕੇ ਔਰ ਸਖਤੀ ਜ਼ਰੂਰ ਕੀਤੀ ਜਾਵੇਗੀ, ਉਹ ਜਿਹੜੇ ਮਾਪਦੰਡ ਪੂਰੇ ਕੀਤੇ ਜਾਣ, ਤੇ ਫਿਰ ਇਸ ਸਮੱਸਿਆ ਦੇ ਉੱਪਰ ਜਿਹੜੀ ਹੈ ਠੀਕ ਸਥਾਈ ਤੌਰ ਤੇ ਆਏਗੀ। ਪਰ ਇਹ ਅੱਛੀ ਗੱਲ ਹੈ ਕਿ ਇਹਦੇ ਨਾਲ ਜਿਹੜੇ ਕਲੋਨਾਈਜ਼ਰ ਨੇ, ਜਿਹੜੇ ਡਿਵੈਲਪ ਕਰਦੇ ਨੇ ਅਨਅਪਰੂਵਡ ਜਾਂ ਉਹਨਾਂ ਨੂੰ ਮਤਲਬ ਮਾਪਦੰਡਾਂ ਦੇ ਮੁਤਾਬਕ ਨਹੀਂ ਕਰਦੇ, ਉਹਨਾਂ ਨੂੰ ਇਸ ਗੱਲ ਤੋਂ ਪਤਾ ਚੱਲੇਗਾ ਵੀ ਉਹਨਾਂ ਦਾ ਆਉਣ ਵਾਲਾ ਸਮਾਂ ਜਿਹੜਾ ਉਹਨਾਂ ਦਾ ਕਾਰੋਬਾਰ ਇਫੈਕਟ ਹੋਏਗਾ, ਤਾਂ ਉਹ ਵੀ ਜਿਹੜੇ ਰੂਲਸ ਫੋਲੋ ਕਰਨਗੇ। ਜੀ, ਅਗਲੀ ਖਬਰ ਸਕੂਲ ਦੀ ਸਿੱਖਿਆ ਦੇ ਨਾਲ ਸੰਬੰਧਿਤ ਹੈ। ਜੋ ਨਵੇਂ ਫੈਸਲੇ ਰਕੇਸ਼ ਜੀ ਲੈ ਗਏ ਨੇ, ਜਿਹਦੇ ਤਹਿਤ 5 ਸਾਲਾਂ ਦੇ ਵਿੱਚ 3 ਲੱਖ ਕਰੋੜ ਰੁਪਈਆ ਸਕੂਲਾਂ ਤੇ ਖਰਚ ਕਰਨ ਦੀ ਗੱਲ ਕਹੀ ਗਈ ਹੈ। ਨਵਜੋਤ, ਦੇਖੋ ਪਿਛਲੇ ਕੁਝ 3-4 ਸਾਲ ਤੋਂ ਸਾਡੇ ਮੁਲਕ ਦੇ ਵਿੱਚ ਜਿਹੜਾ ਨਵੀਂ ਸਰਕਾਰ ਜਿਹੜੀ ਆਈ ਹੈ, ਉਹਨੇ ਇੱਕ ਨਵੀਂ ਸਿੱਖਿਆ ਨੀਤੀ ਜਿਹੜੀ ਹੈ, ਮਤਲਬ ਰਾਸ਼ਟਰੀ ਸਿੱਖਿਆ ਨੀਤੀ ਬੇਸਿਕਲੀ ਕਹਾਂਗੇ, ਨਵੀਂ ਸਿੱਖਿਆ ਨੀਤੀ ਨਹੀਂ ਕਹਾਂਗੇ, ਜਿਹੜੀ ਨੈਸ਼ਨਲ ਐਜੂਕੇਸ਼ਨ ਪਾਲਿਸੀ ਹੈ ਉਹਨੂੰ ਇਹਨਾਂ ਨੇ ਇੰਪਲੀਮੈਂਟ ਕਰਨ ਦੀ ਸ਼ੁਰੂਆਤ ਕੀਤੀ ਸੀ ਔਰ ਨਿਰੰਤਰ ਇਹਦੇ ਵਿੱਚ ਜਿਹੜਾ ਹੈ ਉਹ ਸਰਕਾਰ ਲੱਗੀ ਹੈ। ਸਰਕਾਰ ਨੇ ਪਹਿਲਾਂ ਵੀ ਕਈ ਹਜ਼ਾਰ ਕਰੋੜ ਰੁਪਏ ਦੇ ਉੱਤੇ ਖਰਚੇ ਹੈ ਜੀ। ਹੁਣ ਸਰਕਾਰ ਨੇ ਕਿਹਾ ਕਿ ਨਵੀਂ ਨੀਤੀ ਦੇ ਮੁਤਾਬਕ ਜਿਹੜਾ ਜਿਸ ਤੁਸੀਂ ਜ਼ਿਕਰ ਕੀਤਾ 3 ਲੱਖ ਕਰੋੜ ਦਾ ਅੰਕੜਾ ਦੱਸਿਆ ਜੀ, ਇਹਦੇ ਖਰਚ ਦੇ ਵਿੱਚ ਇਹ ਹੈ ਕਿ ਇੱਕ ਤਾਂ ਜਿਹੜੇ ਸੈਕੰਡਰੀ ਐਜੂਕੇਸ਼ਨ ਦੇ ਬੱਚੇ ਹੋਣਗੇ ਉਹਨਾਂ ਨੂੰ ਜਿੰਨੀ ਦੂਰੀ ਤੇ ਜਾਂਦੇ 1000 ਰੁਪਏ ਉਹਨਾਂ ਨੂੰ ਜਿਹੜਾ 1000 ਰੁਪਈਆ ਉਹ ਉਹਨਾਂ ਨੂੰ ਟਰਾਂਸਪੋਰਟੇਸ਼ਨ ਭੱਤਾ ਬੱਚਿਆਂ ਨੂੰ ਮਿਲੇਗਾ। ਇਸ ਤਰ੍ਹਾਂ ਇੱਕ ਲక్ష్ਮੀ ਬਾਈ ਯੋਜਨਾ ਹੈਗੀ ਹੈ, ਜਿਹਦੇ ਵਿੱਚ ਜਿਹੜੀਆਂ ਸਾਡੀਆਂ ਬੱਚੀਆਂ ਪੜ੍ਹਦੀਆਂ ਉਹਨਾਂ ਨੂੰ 6ਵੀਂ ਕਲਾਸ ਤੋਂ ਜਿਹੜੀ ਹੈ ਸੈਲਫ ਡਿਫੈਂਸ ਦੀ ਐਜੂਕੇਸ਼ਨ ਜਿਹੜੀ ਹੈ ਦਿੱਤੀ ਜਾਣੀ। ਇਸ ਕਿਸਮ ਦੀਆਂ ਕਈ ਚੀਜ਼ਾਂ ਉਹਦੇ ਵਿੱਚ ਉਹਨਾਂ ਨੇ ਜੋੜੀਆਂ ਨੇ ਜੀ। ਸੋ ਇਹ ਅੱਛੀ ਗੱਲ ਹੈ ਕਿ 3 ਲੱਖ ਕਰੋੜ ਰੁਪਏ ਖਰਚ ਹੋਣਾ ਔਰ ਇਹਦੇ ਵਿੱਚ ਇੱਕ ਇਹ ਵੀ ਹੈ ਕਿ ਬੱਚੇ ਜਿਹੜੇ ਜਾਣਗੇ ਉਹਨਾਂ ਨੂੰ ਜਿਹੜੀ ਹਾਊਸ ਜੌਬ ਜਿਸ ਤਰ੍ਹਾਂ ਹੁੰਦੀ ਹੈ ਉਸ ਕਿਸਮ ਦਾ ਸਕਿੱਲ ਡਿਵੈਲਪਮੈਂਟ ਲਈ ਵੀ ਭੇਜਿਆ ਜਾਏਗਾ। ਸੋ ਇਹ ਜਿਹੜੇ ਰੋਜ਼ਗਾਰੋਨਮੁਖੀ ਹੈ, ਜਿਹੜੇ ਬੱਚੇ ਤਿਆਰ ਹੋ ਕੇ ਜਦੋਂ ਸਿੱਖਿਆ ਨੀਤੀ ਜੋ ਆਉਣਗੇ, ਸੋ ਸਰਕਾਰ ਦਾ ਇੱਕ ਚੰਗਾ ਕਦਮ ਹੈ ਕਿ 3 ਲੱਖ ਕਰੋੜ ਰੁਪਈਆ ਲਾਇਆ, ਇਹਦੇ ਅੱਛੇ ਰਿਜ਼ਲਟ ਆਉਣੇ ਚਾਹੀਦੇ ਜੀ। ਰਕੇਸ਼ ਜੀ, ਸਮਾਂ ਹੋ ਰਿਹਾ ਪ੍ਰੋਗਰਾਮ ਨੂੰ ਸਮੇਟਣ ਦਾ। ਤੁਸੀਂ ਸਟੂਡੀਓ 'ਚ ਆਏ, ਖਾਸ ਖਬਰਾਂ ਤੇ ਖਾਸ ਚਾਤ ਪਾਈ ਸਟੂਡੀਓ 'ਚ ਆਉਣ ਲਈ ਬਹੁਤ ਬਹੁਤ ਧੰਨਵਾਦ, ਤੇ ਸਾਡੇ ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ।